ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 2 ਮਈ ਨੂੰ 10ਵੀਂ ਵਾਲਿਆਂ ਦਾ ਇੰਗਲਿਸ਼ ਦਾ ਐਗਜ਼ਾਮ ਆ। ਤਾਂ ਇਸ ਵੀਡੀਓ ਵਿੱਚ ਅਸੀਂ ਕੁਝ ਇੰਪੋਰਟੈਂਟ ਕੁਐਸਚਨ ਕਰਾਂਗੇ ਜੋ ਕਿ ਬਹੁਤ ਹੀ ਹੈਲਪਫੁਲ ਹੋਣਗੇ ਤੁਹਾਡੇ ਐਗਜ਼ਾਮ ਦੇ ਲਈ। ਤਾਂ ਚਲੋ ਦੋਸਤ ਸ਼ੁਰੂ ਕਰਦੇ ਹਾਂ। ਤਾਂ ਹੁਣ ਪਹਿਲਾ 5ਵੇਂ ਚੈਪਟਰ 'ਚ ਹੈਗਾ ਵਾ ਸਮ ਗਲਿੰਪਸ ਆਫ ਏਸ਼ੀਅੰਟ ਇੰਡੀਅਨ ਥਾਟਸ ਐਂਡ ਪ੍ਰੈਕਟਿਸਿਸ। ਤਾਂ ਪਹਿਲਾ ਕੁਐਸਚਨ ਆ ਗਿਆ ਵਟ ਕਾਜ਼ ਡੈਸਪੀਰੇਸ਼ਨ ਟੂ ਦ ਗॉड्स। ਤਾਂ ਗॉड्स ਦੇ ਲਈ ਨਿਰਾਸ਼ਾ ਦਾ ਕਾਰਨ ਕੀ ਬਣਿਆ? देयर वाज अ फाइट बिटवीन द डेमोन्स एंड द गॉड्स। द डेमोन सीम टू द अपर हैंड इट ਕਾਜ਼ ਡਿਸਪੀਰੇਸ਼ਨ ਟੂ ਦ ਗॉड्स। ਤਾਂ ਇੱਕ ਵਾਰੀ ਜਦੋਂ ਲੜਾਈ ਹੋਈ ਰੱਬ ਦੇ ਵਿੱਚ ਤੇ ਭੂਤਾਂ ਦੇ ਵਿੱਚ, ਤਾਂ ਉਸ ਦੇ ਵਿੱਚ ਜਿਹੜਾ ਭੂਤਾਂ ਦਾ ਜਿਹੜਾ ਹੱਥ ਉੱਪਰ ਸੀਗਾ, ਇਸ ਲਈ ਉਹਨਾਂ ਦਾ ਕਾਰਨ ਬਣਿਆ ਨਿਰਾਸ਼ਾ ਦਾ ਕਾਰਨ ਬਣਿਆ ਗॉड्स ਦੇ ਲਈ। ਤਾਂ ਸੈਕੰਡ ਕੁਐਸਚਨ ਆ ਗਿਆ ਵਟ ਡਿਡ लॉर्ड विष्णु advise the gods to do। The Lord Vishnu advised the god to get a mighty sword prepared from the bones of some great sage। ਤਾਂ Lord Vishnu ਨੇ ਕੀ ਐਡਵਾਈਸ ਦਿੱਤਾ ਰੱਬ ਨੂੰ? ਤਾਂ Lord Vishnu ਨੇ ਐਡਵਾਈਸ ਦਿੱਤਾ ਕਿ ਉਹਨਾਂ ਨੂੰ ਇੱਕ ਤਲਵਾਰ ਬਣਵਾਉਣੀ ਆ, ਇੱਕ ਜਿਹੜਾ ਇੱਕ ਸੰਤ ਹੋਏਗਾ, ਮਹਾਨ ਸੰਤ ਹੋਏਗਾ, ਉਹਨਾਂ ਦੇ ਜਿਹੜੇ ਹੱਡੀ ਤੋਂ ਇੱਕ ਤਲਵਾਰ ਬਣਾਉਣੀ ਆ, ਉਹ ਤੋਂ ਉਹ ਜਿੱਤ ਸਕਦੇ ਨੇ। ਤਾਂ ਥਰਡ ਕੁਐਸਚਨ ਆ ਗਿਆ ਵਟ ਵਾਜ਼ ਦ ਸੈਕਰੀਫਾਈਸ ਆਫ ਸੰਤ ਦਧੀਚੀ। ਤਾਂ ਸੰਤ ਜਿਹੜਾ ਦਧੀਚੀ ਆ ਉਹਦਾ ਕੀ ਸੈਕਰੀਫਾਈਸ ਕੀਤਾ ਉਹਨੇ? he laid down his life so that his bone could be made into a invincible weapon for the gods। ਤਾਂ ਉਹਨੇ ਆਪਣੀ ਲਾਈਫ ਨੂੰ ਸੈਕਰੀਫਾਈਸ ਕਰ ਦਿੱਤਾ ਤਾਂ ਕਿ ਜੋ ਜਿਹੜੇ ਉਹਦੇ ਹੱਡੀਆਂ ਤੋਂ ਜਿਹੜਾ ਇੱਕ ਵੈਪਨ ਜਿਹੜਾ ਬਣ ਸਕੇ ਤੇ ਉਹ ਦੁਸ਼ਮਣਾਂ ਨੂੰ ਹਰਾ ਸਕਣ ਰੱਬ। ਤਾਂ ਫੋਰਥ ਕੁਐਸਚਨ ਆ ਗਿਆ ਵਟ ਇਜ਼ ਦ ਰੀਅਲ ਸਪਿਰਿਟ ਬਿਹਾਈਂਡ ਦ ਯਾਜਨਾਸ ਪਰਫਾਰਮਡ ਇਨ ਆਰ ਹੋਮਸ। ਤਾਂ it is a spirit of charity, remuneration, sacrifice and detachment। ਤਾਂ ਫਿਫਥ ਕੁਐਸਚਨ ਆ ਗਿਆ what does the tradition of feeding birds and animals prove। ਤਾਂ ਇਹ ਜਿਹੜੀ ਪ੍ਰਥਾ ਵਾ ਬਰਡਸ ਨੂੰ ਖਵਾਉਣ ਦਾ ਤੇ ਐਨੀਮਲਸ ਨੂੰ ਇੱਕ ਕਾਲਾ ਟ੍ਰੈਡੀਸ਼ਨ ਆ। ਤੇ ਇਹ it proves that the people of our country believe in the unity and sanctity of all life। ਤਾਂ ਸਿਕਸਥ ਕੁਐਸਚਨ ਆ ਗਿਆ why did some scholars laugh at Ashtavakra? Ashtavakra had a deformed body. He looks very ugly. Therefore, some scholars laughed at him। The seventh question आ गया how did Ashtavakra react when some scholar laughed at him। या ਇਹਦੇ ਵਿੱਚ ਬਣ ਸਕਦਾ how did Ashtavakra react। ਤਾਂ ਇਸ ਦਾ ਆਨਸਰ ਆਏਗਾ Ashtavakra became very angry। He called them skinners because they measured the worth of a person from his skin। ਤਾਂ ਦੋਸਤੋ ਇਸਦਾ ਅਸ਼ਟਵਕਰਾ ਜਿਹੜਾ ਕਿ ਕਿਉਂ ਗੁੱਸੇ ਹੋਇਆ? ਕਿਉਂਕਿ ਉਹ ਬਹੁਤ ਜ਼ਿਆਦਾ ਗੁੱਸੇ ਹੋਇਆ ਕਿਉਂਕਿ ਉਹਨਾਂ ਨੇ ਉਹਦੇ ਉੱਤੇ ਹੱਸਣ ਲੱਗੇ ਤੇ ਉਹਨਾਂ ਨੂੰ ਕਿਹਾ, ਤੇ ਅਸ਼ਟਵਕਰਾ ਨੇ ਉਹਨੂੰ ਕਿਹਾ ਕਿ ਉਹ ਸਕਿਨਰਸ ਨੇ ਕਿਉਂਕਿ ਇਹ ਇੱਕ ਪਰਸਨ ਦੀ ਜਿਹੜੇ ਕਿਵੇਂ ਮਾਪਦੇ ਨੇ ਉਹਦੀ ਸਕਿਨ ਤੋਂ ਲੈ ਕੇ। ਤਾਂ ਦੋਸਤੋ 8th ਕੁਐਸਚਨ ਦੇਖੋ ਵਟ ਡਿਡ ਵਿਵੇਕਾਨੰਦਾ ਸੇ ਟੂ ਦ ਲੇਡੀ ਹੂ ਲਾਫਡ ਐਟ ਹਿਸ ਸਿੰਪਲ ਡਰੈਸ। ਤਾਂ ਵਿਵੇਕਾਨੰਦਾ ਉਹ ਲੇਡੀ ਨੂੰ ਕੀ ਕਹਿੰਦਾ ਵਾ ਜਦੋਂ ਉਹ ਉਸਦੇ ਸਿੰਪਲ ਡਰੈਸ ਤੇ ਹੱਸਦੀ ਆ? ਤਾਂ he said that it was a tailor who made a man in the lady's country, but in his own country it was a real worth and the character of a person that matters। ਤਾਂ ਉਸਨੇ ਵਿਵੇਕਾਨੰਦਾ ਨੇ ਉਹ ਲੇਡੀ ਨੂੰ ਕਿਹਾ ਕਿ ਉਸਦੀ ਕੰਟਰੀ ਦੇ ਵਿੱਚ ਉਹ ਇੱਕ ਟੇਲਰ ਹੁੰਦਾ ਵਾ ਜਿਹੜਾ ਕਿ ਇੱਕ ਬੰਦੇ ਨੂੰ ਬਣਾਉਂਦਾ ਵਾ, ਬਟ ਜਿਹੜੀ ਉਹਦੀ ਖੁਦ ਦੀ ਕੰਟਰੀ ਆ ਮਤਲਬ ਇੰਡੀਆ, ਤਾਂ ਉਸ ਦੇ ਵਿੱਚ ਮਤਲਬ ਸਭ ਕੁਝ ਵੀ ਮੈਟਰ ਨਹੀਂ ਕਰਦਾ, ਬਟ ਇੱਕ ਜਿਹੜੇ ਪਰਸਨ ਦਾ ਇੱਕ ਕਰੈਕਟਰ ਆ ਉਹ ਮੈਟਰ ਕਰਦਾ ਵਾ। ਤਾਂ ਇਸ ਦੇ ਵਿੱਚ 9th ਕੁਐਸਚਨ ਆ ਗਿਆ what was the status of women in ancient India। ਤਾਂ ਏਸ਼ੀਅੰਟ ਇੰਡੀਆ ਦੇ ਵਿੱਚ ਵੂਮਨ ਦਾ ਕੀ ਸਟੇਟਸ ਸੀਗਾ? in ancient India the women enjoyed a high status। no auspicious function was considered complete without their participation। ਏਸ਼ੀਅੰਟ ਇੰਡੀਆ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਹਾਈ ਸਟੇਟਸ ਸੀਗਾ ਜਿਹੜਾ ਵੂਮਨ ਦਾ ਸੀ, ਮਤਲਬ ਕਿ ਕੋਈ ਵੀ ਜਿਹੜਾ ਫੰਕਸ਼ਨ ਹੁੰਦਾ ਸੀਗਾ ਇੱਕ ਵੂਮਨ ਤੋਂ ਬਿਨਾਂ ਬਿਨਾਂ ਇੱਕ ਪੂਰਾ ਕੰਸੀਡਰ ਨਹੀਂ ਕੀਤਾ ਜਾਂਦਾ ਸੀਗਾ, ਕੰਪਲੀਟ ਕੰਸੀਡਰ ਨਹੀਂ ਕੀਤਾ ਜਾਂਦਾ ਸੀਗਾ। ਤੇ ਉਸ ਤੋਂ ਬਾਅਦ 10th ਕੁਐਸਚਨ ਆ ਗਿਆ ਵਾਈ ਡਿਡ ਸ਼ਿਵਾਜੀ bow his head before the woman who was bowed to him as a gift। ਤਾਂ ਸ਼ਿਵਾਜੀ had a great regard for women। he looked upon them as his mothers। that's why he called the woman mother and bows his head before her। ਤਾਂ ਦੋਸਤੋ 11th ਕੁਐਸਚਨ ਦੇਖੋ why according to you were the wars fought in the Mahabharata and the Ramayana sacred। ਮਤਲਬ ਤੁਹਾਡੇ ਅਕੋਰਡਿੰਗ ਕਿਉਂ ਮਹਾਭਾਰਤ ਤੇ ਰਾਮਾਇਣਾ ਵਿੱਚ ਜਿਹੜੀ ਲੜਾਈ ਹੋਈ ਉਹ ਪਵਿੱਤਰ ਕਿਉਂ ਮੰਨੀ ਜਾਂਦੀ ਆ ਤੁਹਾਡੇ ਅਕੋਰਡਿੰਗ? ਤਾਂ this were the fought to defend and uphold the honor of motherhood। that's why they were considered sacred। ਤੇ ਇਸ ਦੇ ਬਾਅਦ 12th ਕੁਐਸਚਨ ਆ ਗਿਆ why
does Lord Rama's meeting with the Bhid woman and eating the tasted berry shows? If it shows the ancient India, there were never any discrimination on the basis of caste, creed and profession. मतलब एशियन इंडिया ਦੇ ਵਿੱਚ ਵੀ ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੁੰਦੀ ਸੀਗੀ ਕਾਸਟ ਨੂੰ, ਕ੍ਰੀਡ ਨੂੰ ਅਤੇ ਪ੍ਰੋਫੈਸ਼ਨ ਨੂੰ ਲੈ ਕੇ। ਤਾਂ ਇਹਦੇ ਵਿੱਚ ਹੁਣ ਆ ਗਿਆ 6th ਚੈਪਟਰ। ਤਾਂ ਇਹਦੇ ਵਿੱਚ ਆ ਗਿਆ ਪਹਿਲਾ ਕੁਐਸਚਨ, ਹੂ ਵਾਸ ਫਟੀਕ? Fatigue was 14 years old boy. He was a ringle among the boys of his village. His fertile mind always thought of new mischiefs. ਤਾਂ ਫਟੀਕ ਜਿਹੜਾ 14 ਸਾਲਾਂ ਦਾ ਮੁੰਡਾ ਸੀਗਾ, ਹੀ ਵਾਜ਼ ਅ ਰਿੰਗ ਲੀਡਰ, ਉਹ ਆਪਣੇ ਗਰੁੱਪ ਦੇ ਵਿੱਚ ਲੀਡਰ ਸੀਗਾ ਅਤੇ ਉਹਦਾ ਜਿਹੜਾ ਸ਼ੈਤਾਨੀ ਦਿਮਾਗ ਸੀ ਹਮੇਸ਼ਾ ਨਵੀਂ ਸ਼ਰਾਰਤਾਂ ਲਈ ਸੋਚਦਾ ਰਹਿੰਦਾ ਸੀਗਾ। ਅਤੇ ਸੈਕਿੰਡ ਕੁਐਸਚਨ ਆ ਗਿਆ, ਵਟ ਵਾਜ਼ ਦ ਨਿਊ ਮਿਸਚੀਫ ਫਟੀਕ ਥਾਟ ਆਫ? ਤਾਂ ਫਟੀਕ ਨੇ ਨਿਊ ਸ਼ੈਤਾਨੀ ਬਾਰੇ ਕੀ ਸੋਚਿਆ? ਤਾਂ there was a log lying on the bank of the river. He planned to roll the log away with the help of the other boys. In this way he wanted to annoy the owner and enjoy the fun. ਤਾਂ ਦੇਖੋ ਦੋਸਤੋ ਇਹਦੇ ਵਿੱਚ ਕੀ ਆ, ਤਾਂ ਜਿਹੜਾ ਇੱਕ ਬੈਂਕ ਦੇ ਜਿਹੜਾ ਸਾਈਡ ਮਤਲਬ ਰਿਵਰ ਦੇ ਜਿਹੜੇ ਬੈਂਕ 'ਤੇ ਮਤਲਬ ਰਿਵਰ ਦੇ ਕਿਨਾਰੇ ਇੱਕ ਲੌਗ ਪਿਆ ਸੀਗਾ ਅਤੇ ਉਹ ਚਾਹੁੰਦਾ ਸੀ ਕਿ ਨਾ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਉਹ ਜਿਹੜਾ ਲੌਗ ਨੂੰ ਪਾਣੀ ਵਿੱਚ ਸੁੱਟ ਦੇਵੇ। ਇਸ ਦੇ ਨਾਲ ਮਤਲਬ ਕਿ ਉਹ ਉਸਦੇ ਓਨਰ ਨੂੰ ਮਤਲਬ ਤੰਗ ਕਰ ਪਾਉਣਗੇ। ਤਾਂ ਥਰਡ ਕੁਐਸਚਨ ਹੈਗਾ ਵਾ, ਵੇਅਰ ਵਰ ਦਾ ਫਟੀਕ ਐਂਡ ਹਿਸ ਫਰੈਂਡ ਅਨੋਇਡ ਵਿਦ ਮੱਖਣ? ਤਾਂ ਫਟੀਕ ਅਤੇ ਉਹਦੇ ਦੋਸਤ ਨੇ ਉਹ ਮੱਖਣ ਤੋਂ ਕਿਉਂ ਪਰੇਸ਼ਾਨ ਹੋ ਜਾਂਦੇ ਨੇਗੇ? ਅਤੇ ਫਟੀਕ ਐਂਡ ਅਦਰ ਬॉयਜ਼ ਵਾਂਟਡ ਟੂ ਰੋਲ ਦਾ ਲੌਗ ਅਵੇ ਬਟ ਮੱਖਣ ਕੇਮ ਐਂਡ ਸੈਟ ਡਾਊਨ ਔਨ ਦਾ ਲੌਗ। ਦਿਸ ਅਨੋਇਡ ਫਟੀਕ ਐਂਡ ਹਿਸ ਫਰੈਂਡਸ। ਤਾਂ ਜਿਹੜੇ ਫਟੀਕ ਆ ਅਤੇ ਉਹਦੇ ਦੋਸਤ ਆ ਉਹਦੇ ਲੌਗ ਨੂੰ ਜਿਹੜਾ ਹੈਗਾ ਵਾ ਪਾਣੀ ਵਿੱਚ ਸੁੱਟਣਾ ਚਾਹੁੰਦੇ ਸੀਗੇ, ਪਰ ਜਿਹੜਾ ਮੱਖਣ ਆ ਉਹਦੇ ਉੱਤੇ ਆ ਕੇ ਬਹਿ ਜਾਂਦਾ ਵਾ, ਇਸ ਲਈ ਜਿਹੜਾ ਫਟੀਕ ਆ ਉਹ ਬਹੁਤ ਜ਼ਿਆਦਾ ਤੰਗ ਹੋ ਜਾਂਦਾ ਵਾ ਮੱਖਣ ਤੋਂ ਅਤੇ ਉਹਦੇ ਫਰੈਂਡਸ ਵੀ। ਅਤੇ ਉਹਦੇ ਬਾਅਦ ਫੋਰਥ ਕੁਐਸਚਨ ਆ ਗਿਆ, ਵਟ ਵਾਜ਼ ਫਟੀਕਸ ਨਿਊ ਮੈਨੂਵਰ? ਤਾਂ ਫਟੀਕ asked his follower to roll the log with Makhan sitting over it. This he thought would give them added amusement. ਤਾਂ ਫਟੀਕ ਨੇ ਕਿਹਾ ਕਿ ਆਪਣੇ ਦੋਸਤਾਂ ਨੂੰ ਕਿਹਾ ਕਿ ਮੱਖਣ ਜਿਹੜਾ ਆ ਕੇ ਬਹਿ ਗਿਆ ਸੀਗਾ, ਤਾਂ ਫਟੀਕ ਨੇ ਕਿਹਾ ਕਿ ਉਹਨਾਂ ਮਤਲਬ ਲੌਗ ਦੇ ਨਾਲ ਹੀ ਮਤਲਬ ਮੱਖਣ ਨੂੰ ਵੀ ਸੁੱਟ ਦੇਣ। ਤਾਂ ਮਤਲਬ ਇਹਨੂੰ ਸੁੱਟਣ ਦੇ ਨਾਲ ਉਹਨਾਂ ਨੂੰ ਹੋਰ ਵੀ ਜ਼ਿਆਦਾ ਮਜ਼ਾ ਆਏਗਾ। ਤਾਂ ਫਿਫਥ ਕੁਐਸਚਨ ਆ ਗਿਆ, ਵਾਈ ਡਿਡ ਫਟੀਕ ਬੀਟ ਮੱਖਣ ਈਵਨ ਇਨ ਦ ਪ੍ਰੈਜ਼ੈਂਸ ਆਫ ਹਿਜ਼ ਮਦਰ? ਤਾਂ ਮੱਖਣ ਲਾਈਡ ਟੂ ਹਿਜ਼ mother. The fatigue had bitten him. Fatigue could not bear this, therefore he beat Makhan. Sixth question, why did Fatigue mother want to send him away to the brother's house? ਤਾਂ ਫਟੀਕ ਦੀ ਮੰਮਾ ਉਹਨੂੰ ਮਤਲਬ ਭਾਈ ਦੇ ਘਰ ਵਿੱਚ ਕਿਉਂ ਛੱਡਣਾ ਚਾਹੁੰਦੀ ਸੀ? The mother had a prejudice against Fatigue. She thought he will someday drown Makhan in the river or break his head in a fight. Therefore she wanted to send him away. ਤਾਂ ਮਦਰ ਨੇ ਮਤਲਬ ਬਹੁਤ ਹੀ ਜ਼ਿਆਦਾ ਗਲਤ ਸੋਚ ਲਿਆ ਸੀਗਾ ਫਟੀਕ ਬਾਰੇ। ਉਹ ਸੋਚਦੀ ਸੀਗੀ ਕਿ ਮਤਲਬ ਕਦੇ ਨਾ ਕਦੇ ਤਾਂ ਮੱਖਣ ਨੂੰ ਮਤਲਬ ਕੀ ਪਤਾ ਮੱਖਣ ਨੂੰ ਪਾਣੀ ਦੇ ਵਿੱਚ ਸੁੱਟ ਦੇਵੇ ਜਾਂ ਉਹਦਾ ਸਿਰ ਹੀ ਪਾੜ ਦੇਵੇ ਜਾਂ ਲੜਾਈ ਦੇ ਵਿੱਚ, ਤਾਂ ਇਸ ਲਈ ਉਹਨੂੰ ਆਪਣੇ ਭਾਈ ਦੇ ਘਰ ਮਤਲਬ ਛੱਡਣ ਦਾ ਬਣਾਉਂਦੀ ਆ। ਅਤੇ ਉਸ ਤੋਂ ਬਾਅਦ 7th ਕੁਐਸਚਨ ਆ ਗਿਆ, ਹਾਊ ਵਾਜ਼ ਫਟੀਕ ਰਿਸੀਵ ਬਾਏ ਹਿਜ਼ ਆਂਟ? ਤਾਂ ਫਟੀਕ ਮਤਲਬ ਆਂਟੀ ਨੇ ਉਹਨੂੰ ਕਿਵੇਂ ਰਿਸੀਵ ਕੀਤਾ ਫਟੀਕ ਨੂੰ? ਦ ਆਂਟੀ ਵਾਜ਼ ਨਾਟ ਐਟ ਆਲ ਪਲੀਜ਼ਡ. ਸ਼ੀ ਥਾਟ ਆਫ ਫਟੀਕ ਇਜ਼ ਐਨ ਅਨਨੈਸੈਸਰੀ ਐਡੀਸ਼ਨ ਟੂ ਦ ਫੈਮਿਲੀ। ਤਾਂ ਉਹ ਖੁਸ਼ ਨਹੀਂ ਸੀਗੀ ਕਿਉਂਕਿ ਉਹ ਮਤਲਬ ਅਨਨੈਸੈਸਰੀ ਸਮਝਦੀ ਸੀਗੀ, ਮਤਲਬ ਵਾਧੂ ਹੀ ਸਮਝਦੀ ਸੀਗੀ, ਇਸ ਲਈ ਉਹਨੂੰ ਖੁਸ਼ ਨਹੀਂ ਸੀਗੀ ਉਹਦੀ ਫਟੀਕ ਦੀ ਆਂਟੀ। ਤਾਂ 8ਵਾਂ ਕੁਐਸਚਨ ਆ ਗਿਆ, ਵਾਈ ਕੁਡ ਨਾਟ ਫਟੀਕ ਡੂ ਵੈਲ ਐਟ ਸਕੂਲਸ? ਮਤਲਬ ਫਟੀਕ ਸਕੂਲ ਦੇ ਵਿੱਚ ਵਧੀਆ ਕਿਉਂ ਨਹੀਂ ਕਰ ਪਾਇਆ? ਜਾਂ ਇਹਦੇ ਵਿੱਚ ਕੁਐਸਚਨ ਬਣ ਸਕਦਾ ਵਾ, ਹਾਊ ਡਿਡ ਫਟੀਕ ਫੇਅਰ ਐਟ ਹਿਜ਼ ਨਿਊ ਸਕੂਲ ਇਨ ਕੋਲਕਾਤਾ? ਤਾਂ ਇਸ ਦਾ ਆਂਸਰ ਆ ਗਿਆ, ਫਟੀਕ ਵਾਜ਼ ਇਲ ਟ੍ਰੀਟਡ ਬਾਏ ਹਿਜ਼ ਅੰਕਲਸ ਹਾਊਸ. He is always said he could not put his mind to his studies. Naturally he could not do well at school. ਤਾਂ ਫਟੀਕ ਮਤਲਬ ਅੰਕਲ ਦੇ ਹਾਊਸ ਵਿੱਚ ਬਹੁਤ ਬੁਰੇ ਬਿਹਾਵ ਕੀਤਾ ਜਾਂਦਾ ਸੀਗਾ ਉਹਦੇ ਨਾਲ, ਇਸ ਲਈ ਉਹ ਹਮੇਸ਼ਾ ਦੁਖੀ ਰਹਿੰਦਾ ਸੀਗਾ ਅਤੇ ਇਸੇ ਕਰਕੇ ਆਪਣਾ ਪੜ੍ਹਾਈ ਦੇ ਵਿੱਚ ਵੀ ਮਨ ਨਹੀਂ ਸੀ ਲਗਾ ਪਾਉਂਦਾ, ਇਸ ਲਈ ਆਪਣੇ ਸਕੂਲ ਦੇ ਵਿੱਚ ਵੀ ਮਤਲਬ ਮਨ ਨਹੀਂ ਸੀ ਲਗਾ ਪਾ ਰਿਹਾ। ਤਾਂ 9th ਕੁਐਸਚਨ ਆ ਗਿਆ, ਵਾਈ ਡਿਡ ਬਿਸ਼ੰਬਰ ਸੈਂਡ ਫॉर ਹਿਜ਼ ਸਿਸਟਰ? ਤਾਂ ਬਿਸ਼ੰਬਰ ਨੇ ਆਪਣੀ ਸਿਸਟਰ ਨੂੰ ਕਿਉਂ ਬੁਲਾਇਆ? Fatigue was seriously ill. The doctor said that the boy's condition was critical. That's why Vishambar sent for his sister. ਤਾਂ ਫਟੀਕ ਨੂੰ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀਗਾ ਅਤੇ ਡਾਕਟਰ ਨੇ ਕਿਹਾ ਕਿ ਇਹਦੀ ਕੰਡੀਸ਼ਨ ਜਿਹੜੀ ਆ ਬਹੁਤ ਹੀ ਜ਼ਿਆਦਾ ਬੁਰੀ ਆ ਫਟੀਕ ਦੀ। ਦੈਟਸ ਵਾਈ ਜਿਹੜਾ ਫਟੀਕ ਨੇ ਆਪਣੀ ਸਿਸਟਰ ਨੂੰ ਬੁਲਾਇਆ। ਅਤੇ ਨੈਕਸਟ ਕੁਐਸਚਨ ਆ ਗਿਆ, ਵਟ ਵਰ ਫਟੀਕ ਲਾਸਟ ਵਰਡ? ਤਾਂ ਫਟੀਕ ਦੇ ਲਾਸਟ ਵਰਡਸ ਕੀ ਸੀਗੇ? ਤਾਂ ਮਦਰ ਦ ਹੋਲੀਡੇਜ਼ ਹੈਵ ਕਮ। ਤਾਂ ਮਾਂ ਛੁੱਟੀਆਂ ਆ ਗਈਆਂ। ਤਾਂ ਇਹ ਉਹਦੇ ਲਾਸਟ ਵਰਡ ਸੀਗੇ। 7th ਕੁਐਸਚਨ ਆ ਗਿਆ, ਦ ਮੇਕਿੰਗ ਆਫ ਦ ਅਰਥ। ਤਾਂ ਫਸਟ ਕੁਐਸਚਨ ਆ ਗਿਆ, ਵਟ ਆਰ ਦ ਪਲੈਨਟਸ? ਦ ਬੋਡੀ ਦੈਟ ਗਰਾਊਂਡ ਅ ਸਟਾਰ is called the planet. For example, the sun is a star and the earth goes around it. Thus the earth is a planet of the sun.
Second question, define solar system. The solar system means the family of the sun. It includes the sun, its planets and satellite of these planets. How can you distinguish between planets and star? ਆਪਾਂ ਮਤਲਬ ਤੁਸੀਂ ਇੱਕ ਪਲੈਨਟ ਤੇ ਸਟਾਰ ਦੇ ਵਿੱਚ ਕਿਵੇਂ ਫਰਕ ਜਾਣ ਸਕਦੇ ਹੋ, ਕਿਉਂਕਿ ਜਿਹੜੇ ਸਟਾਰਸ ਨੇ ਉਹ ਟਵਿੰਕਲ ਕਰਦੇ ਨੇ ਤੇ ਪਲੈਨਟ ਨਹੀਂ ਕਰਦੇ. ਦ ਸਟਾਰ ਟਵਿੰਕਲ ਵਾਈਲ ਪਲੈਨਟਸ ਡੋਂਟ. ਦਿਸ ਇਜ਼ ਅ ਰੀਅਲ ਵੇ ਟੂ ਡਿਸਟਿੰਗੁਇਸ਼ ਬਿਟਵੀਨ ਦ ਪਲੈਨਟਸ ਐਂਡ ਦ ਸਟਾਰਸ. फोर्थ आ गया, वाई डू द स्टार्स ट्विंकल. तारे क्यों जगमगाते हैं? द स्टार्स लाइक द सन द बॉल ऑफ द फायर एज द रेज पास थ्रू द डिफरेंट लेयर्स ऑफ द एटमोसफेयर दे सीम टू बी ट्विंकलिंग. जहाँ जोड़े स्टार्स ने वो मतलब सन की तरह अग के गोले ने, मतलब सन की तरह ही ने. मतलब जो वो रेज जी पैंदे ने तो जो एटमोसफेयर के जो लेयर्स होंगे ने है ना, उन्होंने मतलब जो आते हैं तो सानू जगमगाते नज़र आते हैं. तो फिफ्थ क्वेश्चन आ गया, हाउ वाज द अर्थ फॉर्म. तो पृथ्वी किमें बनी? द अर्थ शॉट आउट फ्रॉम द सन. इन द बिगनिंग इट वॉज वेरी हॉट. इट टुक मिलियंस ऑफ ईयर टू कूल डाउन. तो एक सब तो पहला अर्थ होंगी सी, उस तो बाद जिमें अर्थ का एक टुकड़ा मतलब निकल गया, तो उस तो जी काफ़ी समय बाद जो ठंडा होया जो टुकड़ा वा तो वो अर्थ के फॉर्म हो गया. तो सिक्स्थ क्वेश्चन आ गया, वाई डज द मून लुक बिगर दैन द स्टार्स. तो जो मून आ वो बड़े क्यों लगते हैं तारे तो द मून लुक्स बिगर दैन द स्टार्स बिकॉज इट इज़ क्वाइट नियर टू द अर्थ. क्योंकि वो अर्थ के नेड़े ने, इसलिए वो जो मून आ बड़े दिखाई देंगे ने स्टार्स नालों. तो एट्थ आ गया वा, रूल ऑफ द रोड. तो ये पहला क्वेश्चन आ, वाई वॉज द शाउट लेडी वॉकिंग डाउन इन द मिडल ऑफ द रोड. तो जी लेडी सी मतलब रोड के विचाले क्यों तुर रही सी? शी थॉट शी हैज़ लिबर्टी टू वॉक वट एवर शी लाइक. शी सैड नाउ दे हैड गॉट लिबर्टी. तो वो मतलब वो सोचती सी कि मतलब लिबर्टी टू वॉक मतलब वो सोचती सी कि वो कितने मर्जी चल सकती है, तो वो रोड के विचाले चलन लग गया. तो सैकेंड क्वेश्चन है, हाउ वाज द शाउट लेडी मिसटेकन अबाउट लिबर्टी. तो जी लेडी सी उन्होंने की गलतफहमी सी लिबर्टी बारे. तो शी फील टू अंडरस्टैंड वट इफ दैट इफ एवरी मैन वर फ्री टू डू वट एवर ही लाइक्ड देयर विल बी नो फ्रीडम एट ऑल. देयर विल बी चाओस एवरीवेयर. तो थर्ड क्वेश्चन आ गया, वाई डज द पुलिसमैन एट पिसैडली सर्कस सिम्बलाइज he symbolized the true meaning of liberty. He puts a little check on our personal liberty so that there is a social liberty. तो फोर्थ क्वेश्चन आ गया, कैन वी डू वट एवर वी फील लाइक डूइंग. तो आप वो कर सकते हैं जोड़ा भी आप सानू पसंद करना. तो लिबर्टी इज़ नॉट अ पर्सनल अफेयर, इट इज़ अ सोशल कॉन्ट्रैक्ट. सो वी कांट बी फ्री टू डू वट एवर वी लाइक टू डू. तो जो लिबर्टी है एक पर्सनल अफेयर नहीं हैगा, एक सोशल कॉन्ट्रैक्ट आ. सानू अपनी लिबर्टी देख के दूसरों की लिबर्टी नहीं खराब करना चाहिए जिमें कि वो लेडी ने किया सीगा. सो वी कांट बी फ्री टू डू वट एवर वी लाइक टू डू. तो आप होर नहीं कर सकते जोड़ा कि आपको पसंद आ, आपको दूसरों भी देखना चाहिए वा. तो फिफ्थ क्वेश्चन आ गया, वट वॉज द राइटर रीडिंग ड्यूरिंग द जर्नी. तो जर्नी के दौरान जो राइटर है की पढ़ रहा था, ही वॉज रीडिंग अ ब्लू बुक. तो सिक्स क्वेश्चन आ गया, वाई डिड द राइटर नीड अ रीजनेबल साइलेंस इन द कंपार्टमेंट. तो राइटर को एक साइलेंस क्यों चाहिए सी? तो इस आंसर देखो, द राइटर वॉज नॉट रीडिंग द बुक फॉर प्लेजर, ही वॉज रीडिंग इट फॉर अ सीरियस पर्पस. दैट्स वाई ही नीड्स अ रीजनेबल साइलेंस. तो जो राइटर आ वो रीडिंग बुक रीड कर रहा है अपनी प्लेजर के लिए नहीं सी रीड कर रहा, वो एक सीरीयस पर्पस लिए रीड कर रहा है, इसलिए उन्होंने एक रीजनेबल जी साइलेंस चाहिए सी. तो सैवंथ क्वेश्चन देखो, हू डिस्टर्ब द ऑथर ऑन द ट्रेन. तो ट्रेन के ऑथर को किने डिस्टर्ब किया? द टू पैसेंजर बोर्डेड द ट्रेन, वन ऑफ दैम कीप टॉकिंग लाउडली एंड द ऑथर कुड नॉट कॉन्सेंट्रेट ऑन द बुक ही वांटेड टू रीड. तो जो दो पैसेंजर से ट्रेन के वो आपस के गल्लां कर रहे थे जोर जोर नाल, इसलिए जो कंसनट्रेट जो ऑथर आ वो अपने बुक पढ़ने के कंसनट्रेट नहीं सी कर पा रहा. तो ये 8th क्वेश्चन देखो, वट वाज द इंट्रोड्यूसिंग पैसेंजर टॉकिंग ऑफ. तो जो पैसेंजर सीगा किहदे बारे गल कर रहा सीगा, ही वॉज नॉट टॉकिंग ऑफ एनी पर्टिकुलर थिंग, ही वॉज टॉकिंग ऑफ एनी एंड एवरी सब्जैक्ट अंडर द सन. तो आ देखो हुण आ गया कॉम्प्रीहेंशन. तो ये इंपॉर्टेंट पैसेजेस देखो. तो फोर्थ है रजिया द टाइगर्स. ये दिता हुआ वा पैराग्राफ, तो ये क्वेश्चन पूछे जाएंगे तो इसका आंसर देना पऊगा. तो जिमें कि नेम द पोएट एंड द पोएट, हु वॉज रजिया एंड शेरू, वट डिड शेरू डन. तो ये पहला आ गया, द नेम ऑफ द पोएम इज़ रजिया एंड द टाइगर्स एंड द नेम ऑफ द पोएट इज़ केकी एंड दारूवाला. उस तो बाद आ गया सैकेंड,
Razia was a female tiger and Sheru was a male tiger. And third, Sheru done. What had Sheru done? The Sheru has left the Razia. ਉਹਦੇ ਬਾਅਦ ਸੈਕਿੰਡ ਆ ਦੇਖੋ ਪੜ੍ਹ ਕੇ ਇਹਦੇ ਵਿੱਚੋਂ ਹੀ ਆਏਗਾ ਤੁਹਾਨੂੰ ਕੁਐਸਚਨ who was Sheru? Sheru was a male tiger. Who was what was the special knowledge did he have? He was a expert in knowledge of winds and their directions. And third question, what does the word they here refer to? The word they here refer to winds. ਉਹ ਤੋਂ ਬਾਅਦ ਆ ਗਿਆ ਵੇਅਰ ਦ ਮਾਈਂਡ ਇਜ਼ ਵਿਦਾਊਟ ਫੇਅਰ। ਤਾਂ ਇਹਦੇ ਵਿੱਚ ਕੁਐਸਚਨ ਦੇਖੋ ਨੇਮ ਦ ਪੋਇਟ poem and the poet. The name of the poem is where the mind is without fear and the poet is Rabindranath Tagore. And the second question, why does the poet want knowledge to be free? The knowledge is essential to make the country truly free. That's why the poet want it to be the free. Third question again, why does the poet mean the narrow domestic walls? The by narrow domestic walls, the poet means the walls of narrow mindedness. ਉਹਦੇ ਬਾਅਦ ਸੈਕਿੰਡ ਪੈਰਾਗ੍ਰਾਫ ਆ ਦੇਖੋ ਉਹਦੇ ਵਿੱਚ ਕੁਐਸਚਨ ਹੈਗਾ what is the dairy desert and the poet speaks of? ਇਹਦੇ ਵਿੱਚ ਆਨਸਰ ਆ ਗਿਆ ਵਾ dairy desert sand is a bad course of useless customs and bad habits. ਇਹਦੇ ਵਿੱਚ ਸੈਕਿੰਡ ਕੁਐਸਚਨ what does the poet want? The poet wants that the people should be guided by reason. They should not be led by dead habits and the outdated customer. They should be broad minded. And the third question is the who leads the people in the heaven of freedom? How? God leads the people in the heaven of freedom. He does so by kindling the light of truth and reason in the people. ਉਹ ਤੋਂ ਬਾਅਦ ਆ ਗਿਆ ਰਜ਼ੀਆ ਦਾ ਟਾਈਗਰ ਵਿੱਚੋਂ ਕੁਐਸਚਨ ਆਨਸਰ। ਤਾਂ ਇਹਦੇ ਵਿੱਚ ਦੇਖੋ what is the summary of the poem Razia the Tigress? ਤਾਂ Razia is a young tigress. ਉਹ ਤੋਂ ਬਾਅਦ Sheru has two little cubs, her male companion. Sheru has left her. Now Razia is worried about her two cubs. She can't leave them alone and go for hunting for food. Hyenas come and kill the two cubs. She is afraid of poachers also. ਤਾਂ ਜਿਹੜੀ ਇੱਕ ਰਜ਼ੀਆ ਹੈਗੀ ਉਹ ਜਵਾਨ ਟਾਈਗਰ ਸੀਗੀ ਤਾਂ ਉਹਦੇ ਦੋ ਬੱਚੇ ਵੀ ਸੀਗੇ ਤੇ ਜਿਹੜਾ ਸ਼ੇਰੂ ਹੈਗਾ ਵਾ ਉਹਦਾ ਜਿਹੜਾ ਮੇਲ ਕੰਪੈਨੀਅਨ ਸੀ ਉਹਨੂੰ ਛੱਡ ਕੇ ਚਲਾ ਜਾਂਦਾ ਵਾ। ਇਸ ਲਈ ਉਹ ਜਿਹੜੀ ਰਜ਼ੀਆ ਹੁਣ ਚਿੰਤਾ ਰਹਿੰਦੀ ਆਪਣੇ ਦੋ ਬੱਚਿਆਂ ਨੂੰ ਲੈ ਕੇ ਤੇ ਉਹ ਦੋ ਬੱਚਿਆਂ ਨੂੰ ਲੈ ਕੇ ਚਿੰਤਾ ਰਹਿੰਦੀ ਆ ਕਿਉਂਕਿ ਜੇ ਉਹ ਹੰਟਿੰਗ ਕਰਨ ਲਈ ਜਾਊਗੀ ਜਾਂ ਭੋਜਨ ਲੈਣ ਲਈ ਜਾਊਗੀ ਤਾਂ ਉਹਨੂੰ ਜਿਹੜੇ ਹੰਟਰਸ ਨੇ ਉਹਨੂੰ ਮਾਰ ਦੇਣਗੇ ਉਹਦੇ ਦੋ ਬੱਚਿਆਂ ਨੂੰ, ਇਸ ਲਈ ਉਹ ਡਰਦੀ ਹੁੰਦੀ ਆ। ਤੇ ਇਸ ਤੋਂ ਬਾਅਦ ਸੈਕਿੰਡ ਆ ਗਿਆ ਨੇਮ ਆਫ ਦਾ ਥੀਮ ਆਫ ਦਾ what is the theme of the poem? Yeah, give the central idea of the poem Razia the Tigress. This poem underlines the grave danger to wildlife resulting from the destruction of forest. Man has usurped the land belonging to wild animals. Now the poor animals have now nowhere to live. They live in the danger of poachers. ਤਾਂ ਜਿਹੜਾ poem ਆ ਉਹ ਅੰਡਰਲਾਈਨ ਕਰਦਾ ਵਾ ਕਿ ਜਿਹੜੇ ਹੁਣ ਵਾਈਲਡ ਲਾਈਫ ਨੂੰ ਬਹੁਤ ਜ਼ਿਆਦਾ ਖਤਰਾ ਆ ਚੁੱਕਿਆ ਵਾ ਕਿਉਂਕਿ ਹੁਣ ਫੋਰੈਸਟ ਵੀ ਨਹੀਂ ਰਹਿ ਚੁੱਕੇ ਕਿਉਂਕਿ ਇਨਸਾਨ ਨੇ ਸਾਰੇ ਜਿਹੜੇ ਫੋਰੈਸਟ ਨੇ ਕੱਟ ਚੁੱਕੇ ਆ, ਡਿਸਟਰਕਟ ਕਰ ਦਿੱਤਾ ਵਾ ਉਹਨਾਂ ਨੂੰ। ਤਾਂ ਮੈਨ ਨੇ ਜਿਹੜਾ ਇੱਕ ਇਨਸਾਨ ਆ ਉਹ ਸਾਰਾ ਜਿਹੜੇ ਕਿ ਵਾਈਲਡ ਐਨੀਮਲਸ ਨੂੰ ਬਿਲੋਂਗ ਕਰਦੇ ਆ ਜਗ੍ਹਾ ਉਹਨੇ ਸਾਰੇ ਲੈ ਲਈ ਆ। ਇਸ ਲਈ ਜਿਹੜਾ ਐਨੀਮਲਸ ਨੂੰ ਆ ਕਿਤੇ ਵੀ ਰਹਿਣ ਲਈ ਹੁਣ ਜਗ੍ਹਾ ਨਹੀਂ ਬਚੀ, ਇਸ ਲਈ ਮਤਲਬ ਉਹਨਾਂ ਨੂੰ ਖਤਰਾ ਵੀ ਰਹਿੰਦਾ ਵਾ ਸ਼ਿਕਾਰੀਆਂ ਦਾ। ਅਤੇ ਉਸ ਤੋਂ ਬਾਅਦ ਥਰਡ ਕੁਐਸਚਨ ਆ ਗਿਆ ਵਾਈ ਡਜ਼ ਰਜ਼ੀਆ ਦਾ ਟਾਈਗਰਸ ਲਿਵ ਅਲੋਨ? ਤਾਂ ਜਿਹੜੀ ਰਜ਼ੀਆ ਸੀਗੀ ਅਲੋਨ ਮਤਲਬ ਇਕੱਲੀ ਕਿਉਂ ਰਹਿੰਦੀ ਸੀਗੀ? ਇਹਦੇ ਵਿੱਚ the Razia the Tigress used to leave her with mate Sheru, but soon after the birth of her two cubs, Sheru has left her. She had not come back. That's why Razia is living alone with her two cubs. ਤਾਂ ਜਿਹੜੇ ਉਹਦਾ ਮੇਲ ਕੰਪੈਨੀਅਨ ਜਿਹੜਾ ਸ਼ੇਰੂ ਸੀਗਾ ਉਹਦੇ ਬੱਚੇ ਹੋਣ ਤੋਂ ਬਾਅਦ ਉਹਨੂੰ ਛੱਡ ਜਾਂਦਾ ਵਾ, ਇਸ ਲਈ ਜਿਹੜੀ ਹੁਣ ਉਹ ਇਕੱਲੀ ਰਹਿੰਦੀ ਆ ਕਿਉਂਕਿ ਉਹਦੇ ਬੱਚੇ ਹੋਣ ਤੋਂ ਬਾਅਦ ਛੱਡ ਦਿੰਦਾ ਵਾ। ਅਤੇ ਉਹਦੇ ਬਾਅਦ ਫੋਰਥ ਕੁਐਸਚਨ ਹੈਗਾ ਵਾ ਵਟ ਵਾਜ਼ ਸ਼ੇਰੂਜ਼ ਐਕਸਪਰਟੀਜ਼? ਤਾਂ ਸ਼ੇਰੂ ਦੇ ਵਿੱਚ ਕੀ ਐਕਸਪਰਟੀਜ਼ ਸੀਗੀ? ਤਾਂ ਸ਼ੇਰੂ ਵਾਜ਼ ਵੈਰੀ ਗੁੱਡ ਐਟ ਹੰਟਿੰਗ। He had a good knowledge of the winds and their direction. He knew that he should keep himself on the upside of the winds, that his scent will not reach the deer and he could get them easily. ਉਸ ਤੋਂ ਬਾਅਦ ਤਾਂ ਫਿਫਥ ਕੁਐਸਚਨ ਦੇਖੋ what happened to ਸ਼ੇਰੂ? ਤਾਂ ਸ਼ੇਰੂ ਨੂੰ ਕੀ ਹੋਇਆ ਸੀ? The forest has been destroyed. There was not enough game for Sheru. It became difficult for him to find food. There was a danger of poachers also, so he left the forest and went somewhere else. ਤਾਂ ਸ਼ੇਰੂ ਨੂੰ ਕੀ ਹੋਇਆ ਸੀਗਾ ਕਿਉਂਕਿ ਜਿਹੜੇ ਜੰਗਲ ਸੀਗੇ ਸਾਰੇ ਨਾਸ਼ ਕਰ ਦਿੱਤੇ ਸੀਗੇ ਅਤੇ ਹੁਣ ਸ਼ੇਰੂ ਲਈ ਕੋਈ ਵੀ ਗੇਮ ਖੇਡਣ ਲਈ ਨਹੀਂ ਰਹਿ ਸਕੀ ਸੀਗੀ। ਹੁਣ ਆਪਣੇ ਸ਼ਿਕਾਰੀ ਕਿਵੇਂ ਕਰਦਾ ਅਤੇ ਉਹਦੇ ਤਾਂ ਹੀ ਮਤਲਬ ਉਹਨੂੰ ਹੁਣ ਸ਼ਿਕਾਰੀਆਂ ਦਾ ਵੀ ਖਤਰਾ ਹੋ ਗਿਆ ਸੀਗਾ ਸ਼ੇਰੂ ਨੂੰ, ਇਸ ਲਈ ਉਹ ਜੰਗਲ ਨੂੰ ਛੱਡ ਕੇ ਚਲਾ ਜਾਂਦਾ ਵਾ। ਤਾਂ ਹੁਣ ਫਿਫਥ ਆ ਗਿਆ ਵਾ ਵੇਅਰ ਦਾ ਮਾਈਂਡ ਇਜ਼ ਵਿਦਾਊਟ ਫੀਅਰ ਗਿਵ ਦ ਸੈਂਟਰਲ ਆਈਡੀਆ ਆਫ ਦ ਪੋਇਮ। ਤਾਂ ਇਹਦਾ ਸੈਂਟਰਲ ਆਈਡੀਆ ਦੇਖੋ ਦ poet prays to God to turn his country into a heaven of freedom. He prays that his countrymen should give up all that is evil.
they should not be narrow minded. Only then can his country gain freedom in real sense. ਤਾਂ ਜਿਹੜਾ ਪੋਇਟ ਆ ਉਹ ਰੱਬ ਨੂੰ ਕਹਿੰਦਾ ਵਾ ਕਿ ਉਹ ਉਸਦੀ ਕੰਟਰੀ ਨੂੰ ਇੱਕ ਮਤਲਬ ਫਰੀडम ਦੀ ਹੈਵਨ ਬਣਾ ਦੇਵੇ ਤੇ ਹੀ ਉਹ ਪ੍ਰੇ ਕਰਦਾ ਵਾ ਕਿ ਜਿਹੜਾ ਉਹਦੇ ਕੰਟਰੀਮੈਨ ਆ ਮਤਲਬ ਉਹਦੇ ਜਿਹੜੇ ਸਿਟੀਜ਼ਨਸ ਨੇ ਉਹਦੇ ਕੰਟਰੀ ਦੇ ਉਹ ਸਾਰਾ ਕੁਝ ਛੱਡ ਦੇਣ ਜੋ ਕਿ ਬੁਰੀ ਆ। ਤਾਂ ਉਹਦੇ ਜਿਹੜੇ ਦੇ ਸ਼ੁੱਡ ਨਾਟ ਬੀ ਨੈਰੋ ਮਾਈਂਡਡ ਮਤਲਬ ਉਹ ਨੈਰੋ ਮਾਈਂਡਡ ਵੀ ਨਾ ਹੋਣ। ਓਨਲੀ ਦੈਨ ਹਿਸ ਕੰਟਰੀ ਗੇਨ ਫਰੀडम ਇਨ ਰੀਅਲ ਸੈਂਸ। ਤਾਂ ਉਹਨਾਂ ਨੂੰ ਨੈਰੋ ਮਾਈਂਡਡ ਵੀ ਨਾ ਰਹਿਣ ਤਾਂ ਹੀ ਜਿਹੜੀ ਆ ਉਹ ਉਹਨਾਂ ਦੀ ਕੰਟਰੀ ਆ ਇੱਕ ਰੀਅਲ ਫਰੀडम ਨੂੰ ਗੇਨ ਕਰ ਸਕਦੀ ਆ। ਉਸ ਤੋਂ ਬਾਅਦ ਸੈਕੰਡ ਕੁਐਸਚਨ ਆ ਗਿਆ ਵਟ ਇਜ਼ ਦ ਸਮਰੀ ਆਫ ਦ ਪੋਇਮ। The poet want his countrymen to be a heaven of freedom. He want it to be free of all the evils. People should be free from the narrow thoughts of the caste and creed. They should be ever strive for perfection. ਤਾਂ third question आ गया what is the meaning of the line where knowledge is free. The poet wants that the knowledge should be free in his country. It should be free for one and all. It should not be sold in the schools and colleges. Everyone should have the right to free education. And the fourth question is what is a world broken by narrow domestic walls? What can we do about it? The walls of religion, caste and creed divide the world. These walls exist everywhere in the world. We can pull down only love and non violence. ਤਾਂ ਜਿਹੜੀ walls ਦੀਵਾਰ ਨੇ ਜਿਹੜੀ ਕਿ religion, caste ਤੇ creed ਦੀ ਜਿਹੜੀ ਇੱਕ ਮਤਲਬ ਵਰਲਡ ਨੂੰ ਡਿਵਾਈਡ ਕਰ ਦਿੱਤਾ ਵਾ। ਤਾਂ ਇਹ ਸਾਰੇ ਕਿਤੇ ਹੀ ਹੁੰਦਾ ਵਾ ਇਸ ਲਈ ਸਾਨੂੰ ਇਹਨੂੰ ਮਤਲਬ ਨਹੀਂ ਕਰਨਾ ਚਾਹੀਦਾ ਕਿ we can pull them down only by love and non violence। ਉਹਦੇ ਬਾਅਦ ਫਿਫਥ ਕੁਐਸਚਨ ਆ ਗਿਆ what does the poet desire of his country? The poet wants his country to be a true heaven of freedom. He wants that the knowledge should be free in his country. People should be broad minded. They should follow the truth and reason. They should be self-respecting. And ਉਸ ਤੋਂ ਬਾਅਦ ਆ ਗਿਆ the dying detective supplementary part ਆ ਗਿਆ। ਉਸ ਤੋਂ ਬਾਅਦ who was the Mr. Hudson? Where did she go? Why did she go to the Watson's house? ਤਾਂ ਇਸ ਆਂਸਰ ਆਏਗਾ Mrs. Hudson was Sherlock Holmes' landlady. She wanted to Watson's house to tell him that his friend is Sherlock Holmes was critically ill. She wanted Watson to come and save his friend's life. ਤਾਂ ਜਿਹੜੀ ਮਿਸਿਸ ਹਡਸਨ ਆ ਸ਼ੈਰਲੌਕ ਹੋਮ ਦੀ ਲੈਂਡਲੇਡੀ ਸੀਗੀ ਮਕਾਨ ਮਾਲਿਕ ਸੀਗੀ ਤੇ ਉਹ ਵਾਟਸਨ ਕੋਲ ਜਾਂਦੀ ਹੈ ਤਾਂ ਕਿ ਉਹ ਆਪਣੇ ਉਹਦੇ ਫਰੈਂਡ ਵਾਟਸਨ ਨੂੰ ਦੱਸ ਸਕੇ ਕਿ ਉਹਦਾ ਜਿਹੜਾ ਦੋਸਤ ਆ ਬਹੁਤ ਜ਼ਿਆਦਾ ਬਿਮਾਰ ਆ ਤੇ ਉਹ ਆ ਕੇ ਆਪਣੇ ਦੋਸਤ ਦੀ ਜਾਨ ਜਿਹੜੀ ਆ ਬਚਾ ਲਵੇ। ਤੇ ਉਸ ਤੋਂ ਬਾਅਦ ਸੈਕੰਡ ਕੁਐਸਚਨ ਹੈਗਾ ਵੇਅਰ ਡਿਡ ਹੋਮਸ ਗੈਟ ਦਾ ਇਲਨੈਸ ਫਰੋਮ ਵੇਅਰ ਡਿਡ ਹੀ ਗੈਟ ਇਟ। ਤਾਂ ਜਿਹੜੀ ਹੋਮਸ ਨੇ ਆ ਉਹ ਇਲਨੈਸ ਉਹਨੂੰ ਕਿੱਥੋਂ ਮਿਲੀ ਤੇ ਉਹ ਮਤਲਬ ਕਦੋਂ ਆਈ। ਤਾਂ ਹੋਮਸ ਗॉट द ਇਲਨੈਸ ਫਰੋਮ ਸਮ ਚਾਈਨੀਜ਼ ਸੇਲਰਸ and he got it when he was working on a case at a place near the river, but as we know it was all the made up story. ਤਾਂ ਜਿਹੜੀ ਹੋਮਸ ਨੂੰ ਆ ਇਲਨੈਸ ਮਿਲੀ ਕਿੱਥੋਂ ਮਿਲੀ ਚਾਈਨੀਜ਼ ਸੇਲਰਸ ਤੋਂ ਮਿਲੀ। he got it when he was working in a case at a place near the river ਜਦੋਂ ਮਤਲਬ ਇੱਕ ਕੇਸ ਦੇ ਵਿੱਚ ਕੰਮ ਕਰ ਰਿਹਾ ਸੀਗਾ ਜਿਹੜਾ ਕਿ ਨੀਵਰ ਦੇ ਨੇੜੇ ਸੀਗਾ ਤੇ ਪਰ ਸਾਨੂੰ ਪਤਾ ਤਾਂ ਹੈਗਾ ਵਾ ਕਿ ਇੱਕ ਸਾਰੀ ਬਣੀ ਬਣਾਈ ਕਹਾਣੀ ਸੀਗੀ। ਤਾਂ ਹੁਣ ਥਰਡ ਕੁਐਸਚਨ ਦੇਖ ਲਓ what was Holmes' condition when the Watson saw him? ਤਾਂ ਹੋਮਸ ਦੀ ਕੀ ਕੰਡੀਸ਼ਨ ਸੀਗੀ ਜਦ ਵਾਟਸਨ ਉਹਨੂੰ ਦੇਖਣ ਆਉਂਦਾ ਵਾ। ਤਾਂ ਹੋਮਸ ਆਈਜ਼ ਹੈਜ਼ ਬ੍ਰਾਈਟਨਡ ਆਫ ਫੀਵਰ। ਹੀ ਵਾਜ਼ ਅ ਰੈਡ ਫਲਸ਼ ਔਨ ਦ ਚੀਕਸ ਐਂਡ ਹਿਸ ਥਿਨ ਹੈਡਸ ਵਰ ਟਵਿਚਿੰਗ ਆਲ ਦਾ ਟਾਈਮ। ਤੇ ਉਹਦੀ ਜਿਹੜੀ ਜਦੋਂ ਉਹਨੂੰ ਦੇਖਣ ਆਇਆ ਤਾਂ ਉਹ ਜਿਹੜੀ ਅੱਖਾਂ ਸੀਗੀ ਬੁਖਾਰ ਨਾਲ ਭਰੀਆਂ ਹੋਈਆਂ ਸੀਗੀਆਂ ਤੇ ਉਹਦੀ ਗੱਲ ਜਿਹੜੇ ਆ ਲਾਲ ਪਏ ਸੀਗੇ ਤੇ ਜਿਹੜੇ ਉਹਦੇ ਹੱਥ ਸੀਗੇ ਉਹ ਕੰਮ ਵੀ ਜਾ ਰਹੇ ਸੀ ਹਰ ਟਾਈਮ। ਤਾਂ ਫੋਰਥ ਕੁਐਸਚਨ ਆ ਗਿਆ ਵਾ ਵਾਈ ਡਿਡ ਹੋਮਸ ਨਾਟ ਲੈਟ ਦ ਵਾਟਸਨ ਟੱਚ ਹਿਜ਼ ਥਿੰਗਸ। Why did Watson about Holmes then? ਤਾਂ Watson picked up a ivory box. Holmes knew it has a poisonous spring in it. Therefore, Holmes told him to put it down. He said that he hated to have his things touched. Watson thought that illness had affected Holmes' mind. And the fifth question, should Holmes have spoken so rudely to Watson? Why? The Holmes show of rudeness was a dramatic necessity. It was a necessary to make the Watson believe that the Holmes was really critically ill and the point of death. And the sixth question is who was Culverton Smith? Why did Holmes want him for the treatment his disease? The Culverton Smith was a resident of Sumatra and a tree planter. Holmes wanted him to the treatment of disease only to have him his trap. सेवंथ क्वेश्चन है
ਤੇ ਵਾਈ ਡਿਡ ਹੋਮਸ ਆਸਕਡ ਵਾਟਸਨ ਟੂ ਸੇਵ ਟੂ ਮਿਸਟਰ ਸਮਿਥ। Holmes asked Watson to tell the Mr. Smith how critically Holmes was ill and that he was at the point of death. Holmes wanted Watson to persuade Mr. Smith to come the Holmes house. And the eighth question, why did Watson not come back with Smith? ਜਿਹੜਾ Watson ਆ ਉਹ Smith ਦੇ ਨਾਲ ਕਿਉਂ ਨਹੀਂ ਆਇਆ? The Watson did not come with Smith because Holmes had asked him to do so. The Watson pretended that he had some other appointment. And the ninth question है why did Holmes ask Smith to turn up the gas? The Holmes asked Smith to turn up the gas. It was in fact a signal of Inspector Morton to come in and arrest Smith. And 10वां question देखो, who arrested Smith? What were the charges against him? The Inspector Morton arrested Smith. The charges against Smith were the murder of the victor and the attempt of murder of Sherlock Holmes. ਤਾਂ ਉਹਦੇ ਵਿੱਚ ਕਿਹੜੇ ਚਾਰजेस ਲੱਗੇ ਸੀ? ਇੱਕ ਤਾਂ ਉਹਨੇ ਮਰਡਰ ਕੀਤਾ ਸੀਗਾ ਵਿਕਟਰ ਦਾ ਤੇ ਦੂਜਾ ਉਹ ਸ਼ੈਰਲੌਕ ਹੋਮਸ ਨੂੰ ਵੀ ਉਵੇਂ ਹੀ ਮਾਰਨਾ ਚਾਹੁੰਦਾ ਸੀਗਾ। ਉਸ ਤੋਂ ਬਾਅਦ 5th ਆ ਗਿਆ ਹਾਊ ਮਚ ਲੈਂਡ ਡਜ਼ ਅ ਮੈਨ ਨੀਡ। ਉਸ ਤੋਂ ਬਾਅਦ ਫਸਟ ਕੁਐਸਚਨ ਹੈਗਾ ਵਾਇਦਾ ਵਟ ਡਿਡ ਦ ਟੂ ਵੂਮਨ ਡਿਸਕਸ ਵਰ ਦੇ ਰਿਲੇਟਡ ਟੂ ਈਚ ਅਦਰ। ਤਾਂ ਜਿਹੜੀ ਦੋ ਵੂਮਨ ਸੀਗੀਆਂ ਉਹ ਕੀ ਡਿਸਕਸ ਕਰਦੀਆਂ ਨੇ ਕਿ ਉਹ ਆਪਸ ਦੇ ਵਿੱਚ ਮਿਲਦੀਆਂ ਜੁਲਦੀਆਂ ਸੀਗੀਆਂ ਤੇ ਜਿਹੜੇ ਟੂ ਵੂਮਨ ਸੀਗੀਆਂ ਉਹ ਗੱਲਾਂ ਕਰ ਰਹੇ ਸੀਗੇ ਟਾਊਨ ਲਾਈਫ ਦੇ ਬਾਰੇ ਤੇ ਵਿਲੇਜ ਲਾਈਫ ਦੇ ਬਾਰੇ। both of them were sister, दोनों sister ਸੀਗੀਆਂ। the elder one spoke in the praise of town life ਤੇ ਜਿਹੜੀ ਵੱਡੀ ਸੀਗੀ ਉਹ ਟਾਊਨ ਲਾਈਫ ਦੀ ਪ੍ਰੇਜ਼ ਕਰ ਰਹੀ ਸੀ and the younger one praised the country life। ਤਾਂ ਜਿਹੜੀ ਛੋਟੀ ਵਾਲੀ ਸੀਗੀ ਉਹ ਇੱਕ ਮਤਲਬ ਬਾਹਰਲੇ ਦੇਸ਼ ਦੀ ਗੱਲ ਕਰਦੀ ਹੁੰਦੀ ਆ, ਮਤਲਬ ਜਿਵੇਂ ਸ਼ਹਿਰੀ ਇਲਾਕੇ ਦੀ। ਉਹ ਤੋਂ ਬਾਅਦ ਸੈਕਿੰਡ ਕੁਐਸਚਨ ਆ ਗਿਆ what did one woman say in defense of rural life? what was the counter argument? She said that the rural life could be rough but it was free from anxiety. Villagers might never grow rich but they have enough to eat. But the other woman boosted the town's life. ਤਾਂ ਜਿਹੜੀ ਵੂਮਨ ਸੀਗੀ ਉਹ ਰੂਰਲ ਲਾਈਫ ਦੀ ਪ੍ਰੇਜ਼ ਕਰ ਰਹੀ ਸੀਗੀ, ਕਹਿੰਦੀ ਕਿ ਉਹ ਰੂਰਲ ਲਾਈਫ ਇੱਕ ਰਫ ਹੋ ਸਕਦੀ ਆ ਬਟ ਇਹ ਸਾਰੀ ਟੈਨਸ਼ਨਾਂ ਤੋਂ ਦੂਰ ਹੁੰਦੀ ਆ ਕਿ ਜਿਹੜੇ ਵਿਲੇਜਰਸ ਨੇ ਉਹ ਰਿਚ ਨਹੀਂ ਹੋ ਸਕਦੇ ਪਰ ਜਿਹੜੀ ਉਹਨਾਂ ਕੋਲ ਖਾਣ ਲਈ ਇਨਫ ਹੁੰਦਾ ਵਾ, ਮਤਲਬ ਬਹੁਤ ਹੁੰਦਾ ਉਹਨਾਂ ਕੋਲ ਖਾਣ ਲਈ। ਬਟ ਦ ਅਦਰ ਵੂਮਨ ਬੂਸਟਡ ਦਾ ਟਾਊਨਸ ਲਾਈਫ। ਪਰ ਜਿਹੜੀ ਦੂਜੀ ਵੂਮਨ ਹੁੰਦੀ ਆ ਉਹ ਵਿਲੇਜ ਦੀ ਲਾਈਫ ਦੀ ਬੁਰਾਈਆਂ ਕਰਦੀ ਆ। ਉਹ ਤੋਂ ਬਾਅਦ ਥਰਡ ਕੁਐਸਚਨ ਆ ਗਿਆ ਔਨ ਵਟ ਕੰਡੀਸ਼ਨ ਡਿਡ ਦਾ ਚੀਫ ਐਗਰੀ ਟੂ ਸੈਲ ਦਾ ਲੈਂਡ ਟੂ ਪੈਕਹੋਮ। ਤਾਂ ਕਿਹੜੀ ਕੰਡੀਸ਼ਨ ਦੇ ਵਿੱਚ ਜਿਹੜਾ ਪੈਕਹੋਮ ਆ ਐਗਰੀ ਹੋ ਗਿਆ ਸੀਗਾ ਲੈਂਡ ਦੇਣ ਲਈ? ਫॉर 1000 rubles ਪੈਕਹੋਮ could have as much land he could walk round in a day. But this was one condition and he had to come back to the starting point before the sunset. And the fourth question, when the devil heard Peckham's musing, what did he decide? The devil decided to give Peckham enough land but by means of that land he decided to get Peckham into his power. Fifth question देखो, what did Peckham manage to put together the money for buying the land? The Peckham sold his colt and one half of his bees. He hired out one of his sons as a labor and took his wages in advance, but he also borrowed some money from his brother-in-law. ਤਾਂ ਜਿਹੜਾ ਪੈਕਹੋਮ ਆ ਉਸਨੇ ਆਪਣਾ ਕੋਲਟ ਤੇ ਉਹਨੇ ਮਤਲਬ ਅੱਧੀਆਂ ਆਪਣੀਆਂ ਜਿਹੜੀ ਮਧੂਮੱਖੀਆਂ ਸੀ ਵੇਚ ਦਿੰਦਾ ਵਾ। he hired out one of his sons and as a labor ਤੇ ਜਿਹੜਾ ਉਹ ਆਪਣੇ ਖੁਦ ਦੇ ਮੁੰਡੇ ਨੂੰ ਉਹ ਇੱਕ ਲੇਬਰ ਦੀ ਤਰ੍ਹਾਂ ਕੰਮ ਕਰਵਾਉਂਦਾ ਵਾ ਤੇ ਉਹਦੀ ਵੇਜਸ ਵੀ ਲੈ ਲੈਂਦਾ ਵਾ ਐਡਵਾਂਸ ਦੇ ਵਿੱਚ। he also borrowed some money from his brother-in-law ਤੇ ਆਪਣੇ brother-in-law ਤੋਂ ਵੀ ਮਨੀ ਜਿਹੜੀ ਆ ਲੈਂਦਾ ਵਾ। ਉਸ ਤੋਂ ਬਾਅਦ 6th question, Peckham meet a stranger one day. who was the stranger? what information did he give to Peckham? ਤਾਂ ਜਿਹੜਾ ਪੈਕਹੋਮ ਨੂੰ ਇੱਕ ਸਟ੍ਰੇਂਜਰ ਮਿਲਿਆ ਇੱਕ ਦਿਨ ਤੇ ਉਹ ਸਟ੍ਰੇਂਜਰ ਕੌਣ ਸੀਗਾ ਤੇ ਕਿਹੜੀ ਇਨਫੋਰਮੇਸ਼ਨ ਉਹਨੇ ਪੈਕਹਮ ਨੂੰ ਦਿੱਤੀ? the stranger was a peasant. ਤਾਂ ਜਿਹੜਾ ਇੱਕ ਸਟ੍ਰੇਂਜਰ ਆ ਪੀਜ਼ੈਂਟ ਆ ਮਤਲਬ ਕਿਸਾਨ ਸੀਗਾ। he told Peckham that he come from beyond the Volga. He said that the land was very fertile. The rye sown on it grew as high as a horse. ਤਾਂ ਜਿਹੜਾ ਸਟ੍ਰੇਂਜਰ ਮਿਲਿਆ ਸੀਗਾ ਉਹ ਕਿਸਾਨ ਸੀਗਾ। ਉਹਨੇ ਪੈਕਹਮ ਨੂੰ ਕਿਹਾ ਕਿ ਤੇ ਉਹ ਵੋਲਗਾ ਤੋਂ ਆਇਆ ਵਾ ਤੇ he said that the land was very fertile. ਮਤਲਬ ਉਹਨੇ ਕਿਹਾ ਕਿ ਜਿਹੜੀ ਲੈਂਡ ਸੀਗੀ ਬਹੁਤ ਜ਼ਿਆਦਾ ਫਰਟਾਈਲ ਆ ਤੇ ਜਿਹੜੀ ਰਾਈ ਉਹਦੇ ਵਿੱਚ ਬੀਜੀ ਜਾਂਦੀ ਆ ਉਹ ਬਹੁਤ ਜ਼ਿਆਦਾ ਉੱਚੀ ਹੁੰਦੀ ਆ ਇੱਕ ਘੋੜੇ ਦੇ ਸਮਾਨ। ਤੇ ਉਸ ਤੋਂ ਬਾਅਦ 7th ਕੁਐਸਚਨ ਹੈਗਾ the trader told Peckham something about the land of Bakshish, what it is. ਤਾਂ ਜਿਹੜੇ ਟਰੇਡਰ ਨੇ
ਪੈਖਮ ਨੇ ਦੱਸਿਆ ਕਿ ਉਹ ਲੈਂਡ ਬਾਰੇ, ਬਖਸ਼ੀਸ਼ ਦੀ ਲੈਂਡ ਬਾਰੇ ਦੱਸਿਆ ਤੇ ਉਹ ਕੀ ਸੀਗਾ। ਤਾਂ ਹੀ ਟੋਲਡ ਪੈਖਮ ਦੈਟ ਦ ਬਖਸ਼ੀਸ਼ ਹੈਡ ਪਲੈਂਟੀ ਆਫ ਲੈਂਡ, it was near a river and was very fertile. They sold it for a low price, 13,000 acres for only 1,000 rubles. ਤਾਂ ਪੈਖਮ ਨੂੰ ਕਿਹਾ ਬਖਸ਼ੀਸ਼ ਇਹਨਾਂ ਕੋਲ ਬਹੁਤ ਸਾਰੀ ਲੈਂਡ ਆ ਤੇ ਉਹ ਰਿਵਰ ਦੇ ਨੇੜੇ ਆ ਤੇ ਬਹੁਤ ਜ਼ਿਆਦਾ ਫਰਟਾਈਲ ਆ, ਤੇ ਉਹਨਾਂ ਨੂੰ ਕਿਹਾ ਕਿ ਉਹਦਾ ਜਿਹੜਾ ਪ੍ਰਾਈਸ ਹੈਗਾ ਉਹ ਬਹੁਤ ਜ਼ਿਆਦਾ ਘੱਟ ਆ ਤੇ ਜਿਹੜੀ 13,000 ਏਕੜ ਉਹ 1,000 ਰਬਲਸ ਦੇ ਵਿੱਚ ਦਿੰਦੇ ਨੇ। ਉਸ ਤੋਂ ਬਾਅਦ 8th ਕੁਐਸਚਨ ਆ ਗਿਆ, ਹੂ ਵਰ ਦ ਬਖਸ਼ੀਸ਼, ਹਾਊ ਡਿਡ ਪੈਖਮ ਮੇਕ ਫਰੈਂਡਸ ਵਿਦ them। ਤਾਂ ਬਖਸ਼ੀਰ ਕੌਣ ਸੀਗੇ, ਹਾਊ ਡਿਡ ਪੈਖਮ ਮੇਕ ਫਰੈਂਡਸ ਵਿਦ them। ਤਾਂ ਪੈਖਮ ਉਹਦੇ ਦੋਸਤ ਕਿਵੇਂ ਬਣੇ। ਦ ਬਖਸ਼ੀਰ ਜਿਹੜੇ ਵੈਰੀ ਸਿੰਪਲ ਪੀਪਲ ਆ, ਬਟ they lived in tents, they had plenty of land. ਪੈਖਮ made friend with them by giving them various gifts। ਤਾਂ ਉਹਦੇ ਦੋਸਤ ਕਿਵੇਂ ਬਣਿਆ, ਉਹਨੂੰ ਗਿਫਟਸ ਦੇ ਕੇ ਉਹਦੇ ਦੋਸਤ ਬਣ ਗਿਆ। ਉਸ ਤੋਂ ਬਾਅਦ 9th ਕੁਐਸਚਨ ਆ ਗਿਆ, ਬਖਸ਼ੀਸ਼ wanted to repay ਪੈਖਮ for his gifts, what did ਪੈਖਮ want from them। ਤਾਂ ਪੈਖਮ wanted from them their land, it was for his purpose only that he had come there। ਤੇ ਉਹਦੇ ਬਾਅਦ 3rd ਕੁਐਸਚਨ ਆ ਗਿਆ, what is the moral of the story। the man physical needs on this earth are not many, yet he keeps hungering for them all his life, he never feels satisfied till he meets his ends। ਉਹ ਤੋਂ ਬਾਅਦ ਨੈਕਸਟ ਆ ਗਿਆ ਵਾ ਰਿਟਰਨ ਟੂ ਏਅਰ। ਤਾਂ ਇਸ ਵਿੱਚ ਪਹਿਲਾ ਕੁਐਸਚਨ ਹੈਗਾ ਵਾ, what was the boy called sausage। ਬॉय ਨੂੰ sausage ਕਿਉਂ ਕਹਿੰਦੇ ਸੀ। the boy was quite fat and plump, that was he is called the sausage। and the second question, why did the boy not like diving। ਤਾਂ ਬॉय ਨੂੰ ਡਾਈਵਿੰਗ ਕਿਉਂ ਨਹੀਂ ਸੀ ਪਸੰਦ, ਕਿਉਂਕਿ ਉਹਦੀ ਆਈਸਾਈਟ ਜਿਹੜੀ ਹੈ ਵੀਕ ਸੀਗੀ ਤੇ ਉਹਨੂੰ ਪ੍ਰੋਪਰਲੀ ਨਹੀਂ ਦਿਖਦਾ ਸੀਗਾ ਬਿਨਾਂ ਉਹਦੀ ਗਲਾਸਿਸ ਤੋਂ, ਤੇ ਜਦੋਂ ਉਹਨੂੰ ਡਾਈਵਿੰਗ ਕਰਨੀ ਪੈਂਦੀ ਸੀ ਤਾਂ ਉਹਨੂੰ ਗਲਾਸਿਸ ਉਤਾਰਨੀਆਂ ਪੈਂਦੀ ਸੀ, ਇਸ ਲਈ ਉਹਨੂੰ ਉਹ ਡਾਈਵਿੰਗ ਕਰਨਾ ਪਸੰਦ ਨਹੀਂ ਸੀ। ਦ ਬॉय ਹੈਡ ਵੀਕ ਆਈਸਾਈਟ, ਹੀ ਕੁਡ ਨਾਟ ਸੀ ਪ੍ਰੋਪਰਲੀ ਵਿਦਾਊਟ ਹਿਜ਼ ਗਲਾਸਿਸ, he had to take off his glasses for diving, therefore he did not like diving। third question, what is duck diving and how it is taught। ਤਾਂ duck diving means diving into water in the manner of a duck, a brick is thrown into the water and learner is asked to bring it out, in this way the duck diving is taught। ਤਾਂ duck diving ਮਤਲਬ ਕੀ ਆ, ਪਾਣੀ ਦੇ ਵਿੱਚ ਡਾਈਵ ਕਰਨਾ ਇੱਕ ਡੱਕ ਦੇ ਸਮਾਨ। ਤਾਂ ਇੱਕ ਜਿਹੜੀ ਬ੍ਰਿਕ ਆ ਉਹ ਟ੍ਰੇਨਰ ਦੇ ਦੁਆਰਾ ਸੁੱਟੀ ਜਾਂਦੀ ਹੈ ਪਾਣੀ ਦੇ ਵਿੱਚ, ਐਂਡ ਜਿਹੜੇ ਮਤਲਬ ਡਾਈਵਿੰਗ ਕਰਦਾ ਵਾ ਉਹਨੂੰ ਕਿਹਾ ਜਾਂਦਾ ਵਾ ਕਿ ਜਿਹੜੇ ਇੱਟਾਂ ਦੁਬਾਰਾ ਚੁੱਕ ਕੇ ਲਿਆਵੇ। ਤਾਂ ਉਸੇ ਤਰ੍ਹਾਂ ਜਿਹੜੀ ਡੱਕ ਡਾਈਵਿੰਗ ਸਿਖਾਈ ਜਾਂਦੀ ਆ। ਉਸ ਤੋਂ ਬਾਅਦ 4th ਕੁਐਸਚਨ, what happened to sausage when he tried to duck diving at the first time। ਤਾਂ sausage ਨੂੰ ਕੀ ਹੋਇਆ ਸੀ ਜਦੋਂ ਫਸਟ ਟਾਈਮ ਡੱਕ ਡਾਈਵਿੰਗ ਕਰਦਾ ਵਾ। ਤਾਂ sausage had to remove his glasses for the diving, he could not see properly inside the water, instead of the brick he brought out an old tin box from the bottom। ਤਾਂ ਜਦੋਂ ਉਹਨੂੰ ਦਿਖਦਾ ਤਾਂ ਹੁੰਦਾ ਨਹੀਂ ਸੀਗਾ ਬਿਨਾਂ ਉਹਦੀ ਮਤਲਬ ਪ੍ਰੋਪਰ ਨਹੀਂ ਦਿਖਦਾ ਹੁੰਦਾ ਸੀਗਾ ਬਿਨਾਂ ਉਹਦੀ ਸਪੈਕਸ ਤੋਂ, ਇਸ ਲਈ ਜਦੋਂ ਪਾਣੀ ਦੇ ਵਿੱਚ ਜਾਂਦਾ ਵਾ ਤੇ ਉਹ ਬ੍ਰਿਕ ਚੁੱਕਣ ਦੀ ਥਾਂ ਇੱਕ ਓਲਡ ਟਿਨ ਬਾਕਸ ਲੈ ਆਉਂਦਾ ਵਾ ਉਹਦੇ ਪੂਲ ਦੇ ਨੀਚੋਂ। ਉਸ ਤੋਂ ਬਾਅਦ 5th ਕੁਐਸਚਨ ਆ ਗਿਆ, ਵਾਈ ਡਿਡ ਨਾਟ sausage see inside the water। sausage ਤਾਂ ਅਸੀਂ ਪੜ੍ਹ ਲਿਆ। ਉਸ ਤੋਂ ਬਾਅਦ 6th ਕੁਐਸਚਨ, why did the water change colors, how did it change color। the water changed color because the intensity of sunlight decreased gradually under water, the water changed from thick green to brown lemonade and then to blackish brown। ਉਸ ਤੋਂ ਬਾਅਦ 7th ਕੁਐਸਚਨ ਆ ਗਿਆ, where did sausage reach while swimming। ਤਾਂ sausage ਕਿੱਥੇ ਪਹੁੰਚ ਗਿਆ ਜਦੋਂ ਸਵਿਮਿੰਗ ਕਰ ਰਿਹਾ ਸੀ। while swimming he reached at the end of the pool। ਉਸ ਤੋਂ ਬਾਅਦ 8th ਕੁਐਸਚਨ, what did sausage do with the old tin box। he took the tin box to his home, he placed it on the metal piece, he put his coin collection in it, he wanted to keep it along with as he lived। ਅਨਸੀਨ ਪਿਕਚਰਸ ਪੋਸਟਰ ਬੇਸਡ ਕੰਪਰੀਹੈਂਸ਼ਨ। ਤਾਂ ਇਹਦੇ ਵਿੱਚ ਦੇਖ ਲੈਂਦੇ ਆ, ਤੁਹਾਨੂੰ ਫੋਟੋਜ਼ ਦਿੱਤੀਆਂ ਗਈਆਂ ਹੋਣਗੀਆਂ, ਪੋਸਟਰ ਇਹਦੇ ਵਿੱਚੋਂ ਕੁਐਸਚਨ ਆਉਣਗੇ। ਤਾਂ ਚੂਜ਼ ਦਾ ਆ ਦੇਖੋ ਪਹਿਲਾ ਹੈਗਾ ਵਾ, ਚੂਜ਼ ਦਾ ਕਰੈਕਟ ਆਪਸ਼ਨ ਫਰੋਮ ਦਾ ਈਚ ਕੁਐਸਚਨ। ਦਿਸ ਪੋਸਟਰ ਹਾਈਲਾਈਟਸ ਦਾ ਨੀਡ ਫॉर ਡੈਸ਼। ਤਾਂ ਇਸ ਦੇ ਵਿੱਚ ਆਨਸਰ ਹੈਗਾ ਵਾ ਇਹਦਾ ਆਈ ਡੋਨੇਸ਼ਨ। ਤਾਂ ਇਹਦੇ ਵਿੱਚ ਆ ਗਿਆ ਆ ਵਾਲਾ ਆਈ ਡੋਨੇਸ਼ਨ ਸੈਕਿੰਡ ਬੀ। ਤਾਂ ਉਹ ਤੋਂ ਬਾਅਦ ਸੈਕਿੰਡ ਕੁਐਸਚਨ ਆ ਗਿਆ, ਵੀ ਕੈਨ ਹੈਲਪ ਦ ਬਲਾਈਂਡ ਡੈਸ਼ ਬਾਈ ਡੋਨੇਟਿੰਗ ਦੈਮ ਟੂ। ਤਾਂ ਇਹਦੇ ਵਿੱਚ ਸੈਕਿੰਡ ਦਾ ਆਨਸਰ ਆ ਗਿਆ ਵਾ ਸੀ ਦਾ ਵਰਲਡ। ਵੀ ਕੈਨ ਹੈਲਪ ਦ ਬਲਾਈਂਡ ਟੂ ਸੀ ਦ ਵਰਲਡ ਬਾਈ ਡੋਨੇਟਿੰਗ ਦੈਮ ਆਵਰ ਆਈਜ਼। ਤਾਂ ਇਹਦਾ ਵੀ ਆ ਗਿਆ ਬੀ। ਤਾਂ ਉਹਦੇ ਬਾਅਦ ਥਰਡ ਆ ਗਿਆ, ਹਾਊ ਕੈਨ ਆਵਰ ਆਈਜ਼ ਸੀਨ ਆਫਟਰ ਵੀ ਹੈਵ ਲੈਫਟ ਦ ਵਰਲਡ ਬਾਈ ਗਿਵਿੰਗ ਆਵਰ ਆਈ ਟੂ ਅ ਬਲਾਈਂਡ ਪਰਸਨ। ਤਾਂ ਇਹਦਾ ਆਨਸਰ ਆ ਗਿਆ ਵਾ ਏ। ਥਰਡ ਦਾ ਆ ਗਿਆ ਏ। ਉਸ ਤੋਂ ਬਾਅਦ ਆ ਗਿਆ ਫੋਰਥ ਦੇਖ ਲੈਂਦੇ ਹਾਂ, ਹਾਊ ਕੈਨ ਵੀ ਗੇਨ ਮੋਰ ਇਨਫੋਰਮੇਸ਼ਨ ਅਬਾਊਟ ਆਈ ਡੋਨੇਸ਼ਨ। ਤਾਂ ਇਸਦਾ ਆਨਸਰ ਆ ਜਾਏਗਾ by contacting organ bank। ਤਾਂ ਇਹਦਾ ਆਨਸਰ ਆ ਗਿਆ ਸੀ। ਉਹਦੇ ਬਾਅਦ ਫਿਫਥ ਆ ਗਿਆ, which word is the antonyms of more। ਤਾਂ
एंटोनियम की आ मोर द लैस। तो सैकेंड पोस्टर आ देखो, आ तुसीं देख सकते हो, ਉਹਦੇ ਵਿੱਚ क्वेश्चन नेगे ਤਾਂ देखो दिस पोस्टर इज ड्राफ्टेड टू डैश, तो इसके ਵਿੱਚ आंसर आ जाएगा डी ऑल ऑफ दिस। सैकेंड आएगा व्हाट इज चिकनगुनिया, ਇਹਦੇ ਵਿੱਚ आंसर आ जाएगा ए अ डेडली वायरस। थर्ड चिकनगुनिया इज कॉज्ड बाय डैश मॉस्किटोज, आंसर आ जाएगा मॉस्किटोज। फोर्थ रहेगा वा व्हाट इज ऑलवेज बेटर दैन क्योर, तो प्रिकॉशन इज बेटर दैन क्योर, तो इसके ਵਿੱਚ आ जाएगा सॉरी प्रिवेंशन इज बेटर दैन क्योर, तो इसके पहले बी आ जाएगा ਇਹਦਾ। तो उसके बाद फिफ्थ क्वेश्चन आ जाएगा दिस मैसेज इज इशूड बाय द ह्यूमन वेलफेयर एसोसीएशन डी। ਉਹ ਤੋਂ ਬਾਅਦ थर्ड देखो ਤੁਸੀਂ ਆਹ ਵਾਲਾ, तो ਉਹ ਤੋਂ ਬਾਅਦ ਇਹਦੇ ਵਿੱਚ क्वेश्चन ਕੀ ਬਣਦੇ ਨੇ वट वाज द अमीर वाज वेरी फॉन्ड ऑफ, तो ही वाज इसका आंसर आ जाएगा ही वाज वेरी फॉन्ड ऑफ फ्लाइंग काइट्स, जिमें तुम पोस्टर में देख सकते हो। तो उस तो बाद इसका आंसर आ जाएगा ही वाज वेरी फॉन्ड ऑफ फ्लाइंग काइट्स ए दा। तो सैकेंड आ गया वट वाज द स्टैंडिंग वन डे वैन ही वाज फ्लाइंग काइट, तो इसका आंसर देखो ऑन द वॉल ऑफ हिज हाउस, तो अपने वॉल दे ऑन द वॉल ऑफ हिज हाउस, इसका आंसर आ जाएगा बी। उस तो बाद आ जाएगा थर्ड वट हैपन वैन ही सॉ हिज काइट गोइंग टू हाई इन द स्काई, तो की होया सीगा जब अपने ਉਹਦੀ ਜਿਹੜੀ काइट आ ऊपर चल गई सीगी, तो इसका आंसर आ जाएगा ऑल ऑफ द थ्री। ही बिकम वेरी हैप्पी एंड एक्साइटेड, ही फॉरगॉट दैट ही वाज स्टैंडिंग ऑन अ वॉल, ही लॉस्ट हिज बैलेंस एंड फेल डाउन। उसके बाद फोर्थ क्वेश्चन है थैंक गॉड ही डिड नॉट फॉल टू द साइड ऑफ द, तो इसका आंसर आ जाएगा स्ट्रीट। तो उसके बाद फिफ्थ आ जाएगा ही ब्रोक बोथ ऑफ हिज राइट आर्म एंड द राइट लैग, द राइट आर्म एंड द राइट लैग बी। उस तो बाद आ जाएगा लुक एट द चार्ट एंड आंसर द फॉलोइंग क्वेश्चन, तो ट्री प्लांटेशन अज में दी गई है, वो आ वाले पोस्टर जिमें देख के थोड़ा आंसर देने पैणगे। द इन ओल्डन टाइम्स हु वर फॉन्ड ऑफ ट्रीज एंड गार्डन्स, तो इसका आंसर आ जाएगा किंग्स, तो इसका आंसर आ जाएगा सी किंग्स। किंग्स वर ग्रीव ट्रीज, तो इसका आंसर आ जाएगा all of these three. The king were grew trees all along roads of their state, around the building of their state, in their round their places. उसके बाद थर्ड क्वेश्चन आ जाएगा in modern times dash take care of roads and parks, तो इसका आंसर आ जाएगा थर्ड द local government. In modern times local government take care of road plants. Since local government pay no attention to the growing of trees, there were very dash trees along the road in the cities. उसके बाद ਇਹਦੇ ਵਿੱਚ ਆ ਜਾएगा few, तो ये आ जाएगा ए वाला आंसर फ्यू। तो फिफ्थ आ जाएगा व्हाट विल हैपन इन फ्यूचर इफ़ नो अटेंशन इज नाउ पेड टू द ट्री प्लांटेशन, तो इसका आंसर आ जाएगा बोथ इसका आंसर आ जाएगा सी बोथ ए एंड बी। तो जिमें कि नो ट्रीज विल बी लेफ्ट इट विल बी बैरन एंड एवरीवेयर। एंड लुक एट द पिक्चर एंड द फॉलोइंग एंड द आंसर द फॉलोइंग क्वेश्चन। द मैन इन दिस पिक्चर इज, तो ये कौन है एपीजे अब्दुल कलाम, जिमें आंसर भी देख लेना, तो एपीजे अब्दुल कलाम। और तो सेकेंड ही वाज डैश ऑफ द मिनिस्टर, ही वाज द फॉर्मर प्रेसिडेंट, तो इसका आंसर आएगा बी फॉर्मर प्रेसिडेंट। थर्ड आ जाएगा दिस ग्रेटेस्ट साइंटिस्ट वाज नॉन एज द मिसाइल मैन ऑफ इंडिया, इसका आंसर आ जाएगा ए मिसाइल मैन ऑफ इंडिया। फोर्थ क्वेश्चन ही वाज डैश ऑफ सेवरल प्रेस्टिजियस अवार्ड्स, तो इसका आंसर आ जाएगा रिसिपेंट्स, तो सी। तो फिफ्थ आएगा वा ही वाज ऑनर्ड विद भारत रत्ना विच इज इंडियन हाईएस्ट सिविलियन ऑनर, इंडियाज हाईएस्ट सिविलियन ऑनर, तो इसका आंसर आएगा बी। उस तो बाद लुक एट दिस पिक्चर, मैं पिक्चर देख सकते हो, ये क्वेश्चन की बनते हैं द टू गॉड मीट इन द मिडल ऑफ अ, तो इसका आंसर की देता है वा ब्रिज, तो ब्रिज के मिडल में मिले है। उस तो बाद ए आ जाएगा आंसर। उसके बाद सेकंड आ गया वाई कुड द टू गॉड्स नॉट क्रॉस अ ब्रिज एट द सेम टाइम, तो इसका आंसर देख लेने हैं बी बिकॉज द ब्रिज वॉज नैरो। वाई डिड द गॉड बिगन टू फाइन, वो तो इसका आंसर आएगा ऑल ऑफ दिस बिकॉज दे वॉज नॉट फ्रेंडली, बिकॉज दे आर फुलिश, बिकॉज नीदर ऑफ देम वॉज रेडी टू मेक वॉज वन वे फॉर द अदर। एंड द फोर्थ क्वेश्चन द वट हैपन टू द गॉड्स, तो इसका आंसर आ जाएगा बोथ ए एंड बी। दे फेल डाउन इनटू द रिवर, बोथ ऑफ देम ड्राउन्ड इन द रिवर। द फिफ्थ क्वेश्चन है द मोरल टाउच देयर इज डैश, तो इसका आंसर आएगा डोंट बी फुली। ਤੇ ਦੋਸਤੋ ਹੁਣ ਗ੍ਰਾਮਰ ਪੋਰਸ਼ਨ ਰਹਿ ਗਿਆ ਵਾ, ਇਸ ਲਈ ਸਾਡੀ ਦੂਸਰੀ ਵੀਡੀਓ ਆਊਗੀ, ਉਹਦੇ ਵਿੱਚ ਗ੍ਰਾਮਰ ਪੋਰਸ਼ਨ ਕਰਾਵਾਂਗੇ ਕਿਉਂਕਿ ਇਹ ਵੀਡੀਓ ਬਹੁਤ ਹੀ ਜ਼ਿਆਦਾ ਲੈਂਥੀ ਹੋ ਗਈ ਸੀਗੀ। ਤੇ ਹੁਣ ਸਾਡਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਿਓ, ਮੈਮੋਰੀਅਲ ਜਨਰੇਸ਼ਨ PSAV ਨਾਮ ਤੋਂ ਹੈਗਾ ਵਾ, ਤੇ ਉਸ ਦੇ ਵਿੱਚ ਅਸੀਂ ਵੀਡੀਓ ਪਾਉਂਦੇ ਰਹਿੰਦੇ ਹਾਂ, ਵੀਡੀਓਜ਼ ਦਾ ਲਿੰਕ। ਤੇ ਬਸ ਥੈਂਕ ਯੂ।